ਜਿਸ ਦਾ ਸਰੀਰ ਸਵਸਥ ਹੈ, ਦਿਲ ਵਿਸ਼ਾਲ ਹੈ ਅਤੇ ਮਨ ਪਵਿੱਤਰ ਹੈ, ਅਸਲ ਵਿੱਚ ਉਹੀ ਧਨਵਾਨ ਹੈ। ਤੰਦਰੁਸਤ ਸਰੀਰ ਚਾਂਦੀ ਤੋਂ ਵੀ ਕੀਮਤੀ ਹੈ, ਵਿਸ਼ਾਲ ਦਿਲ ਸੋਨੇ ਵਰਗਾ ਕੀਮਤੀ ਅਤੇ ਪਵਿੱਤਰ ਮਨ ਦੀ ਕੀਮਤ ਰਤਨਾਂ ਤੋਂ ਵੀ ਜ਼ਿਆਦਾ ਕੀਮਤੀ ਹੈ। ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰਿਆ। ਧਨਵਾਨ ਬਣਨ ਦਾ ਮੂਲ ਤੱਤ ਇਹੀ ਹੈ ਕਿ ਆਪਣੀ ਯੋਗਤਾ ਵਧਾਈਏ, ਮਿਹਨਤ ਕਰੀਏ, ਕਿਫਾਇਤੀ ਬਣੀਏ ਅਤੇ ਇਮਾਨਦਾਰੀ ਤੇ ਦ੍ਰਿੜ ਰਹੀਏ। ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰਿਆ। ਪੁਸਤਕ ਦਾ ਨਾਮ ਧਨਵਾਨ ਬਣਨ ਦੇ ਗੁਪਤ ਰਹੱਸ। ਹੇ ਦੌਲਤ ਦੀ ਇੱਛਾ ਰੱਖਣ ਵਾਲਿਓ, ਆਪਣੇ ਤੁੱਛ ਸਵਾਰਥਾਂ ਨੂੰ ਇੱਕ ਸੜੇ ਅਤੇ ਫਟੇ ਪੁਰਾਣੇ ਕੁੜਤੇ ਵਾਂਗ ਉਤਾਰ ਕੇ ਸੁੱਟ ਦਿਓ। ਪ੍ਰੇਮ ਅਤੇ ਪਵਿੱਤਰਤਾ ਦੇ ਨਵੇਂ ਵਸਤਰ ਧਾਰਨ ਕਰ ਲਿਓ। ਰੋਣਾ, ਚੀਖਣਾ, ਘਬਰਾਉਣਾ ਅਤੇ ਨਿਰਾਸ਼ ਹੋਣਾ ਛੱਡੋ। ਅਥਾਹ ਦੌਲਤ ਤੁਹਾਡੇ ਅੰਦਰ ਭਰੀ ਹੋਈ ਹੈ। ਧਨਵਾਨ ਬਣਨਾ ਚਾਹੁੰਦੇ ਹੋ ਤਾਂ ਉਸਦੀ ਕੁੰਜੀ ਬਾਹਰ ਨਹੀਂ, ਭੀਤਰ ਖੋਜੋ। ਧਨ ਹੋਰ ਕੁਝ ਨਹੀਂ, ਸਦਗੁਣਾਂ ਦਾ ਛੋਟਾ ਜਿਹਾ ਦਿਖਾਵਾ ਹੈ। ਲਾਲਚ, ਕ੍ਰੋਧ, ਘਿਰਣਾ, ਈਰਖਾ, ਛਲ ਅਤੇ ਇੰਦਰੀਆਂ ਦੀ ਵਾਸਨਾਵਾਂ ਨੂੰ ਛੱਡ ਦਿਓ। ਪ੍ਰੇਮ, ਪਵਿੱਤਰਤਾ, ਸੱਜਣਤਾ, ਨਿਮਰਤਾ, ਦਇਆ, ਧੀਰਜ ਅਤੇ ਪ੍ਰਸੰਨਤਾ ਤੋਂ ਆਪਣੇ ਮਨ ਨੂੰ ਭਰ ਲਿਓ। ਬਸ ਫਿਰ ਦਰਿਦਰਤਾ ਤੁਹਾਡੇ ਘਰੋਂ ਚਲੀ ਜਾਵੇਗੀ। ਨਿਰਬਲਤਾ ਅਤੇ ਦੀਨਤਾ ਦੇ ਦਿਨ ਵੀ ਨਹੀਂ ਹੋਣਗੇ। ਅੰਦਰੋਂ ਇੱਕ ਅਜਿਹੀ ਦੁਰਲਭ ਅਤੇ ਸਭ ਨੂੰ ਜਿੱਤਣ ਵਾਲੀ ਸ਼ਕਤੀ ਪੈਦਾ ਹੋਵੇਗੀ, ਜਿਸ ਦਾ ਵਿਸ਼ਾਲ ਵੈਭਵ ਦੂਰ ਦੂਰ ਤੱਕ ਫੈਲ ਜਾਵੇਗਾ। ਤੁਹਾਡੇ ਸਨਮੁਖ ਪੇਸ਼ ਹੈ ਇਹ ਪੁਸਤਕ, ਜਿਸ ਵਿੱਚ ਕਿਸੇ ਵਪਾਰ ਵਿਸ਼ੇਸ਼ ਦੇ ਗੁਪਤ ਤਰੀਕੇ ਨਾਲ ਦੱਸੇ ਗਏ, ਸਗੋਂ ਉਹਨਾਂ ਦੇ ਗੁਣਾਂ ਨੂੰ ਉਜਾਗਰ ਕੀਤਾ ਗਿਆ ਹੈ, ਜਿਨ੍ਹਾਂ ਦੇ ਕਾਰਨ ਬੇਕਾਰ ਆਦਮੀ ਵੀ ਕਰਦੇ ਹਨ ਅਤੇ ਕੰਮ ਤੇ ਲੱਗੇ ਹੋਏ ਉੱਨਤੀ ਕਰ ਸਕਦੇ ਹਨ। ਪੁਸਤਕ ਦੇ ਕੁਝ ਅੰਸ਼। ਆਤਮਾ ਵੈਭਵਸ਼ਾਲੀ ਹੈ, ਉਸ ਦੇ ਨਾਲ ਦਰਿਦਰਤਾ ਦਾ ਸੰਬੰਧ ਕਿਵੇਂ ਹੋ ਸਕਦਾ ਹੈ? ਦਇਆਵਾਨ ਪਰਮਾਤਮਾ ਦੀ ਅਜਿਹੀ ਇੱਛਾ ਕਦੇ ਨਹੀਂ ਹੋ ਸਕਦੀ ਕਿ ਉਸ ਦਾ ਪੁੱਤਰ ਦੀਨਤਾ ਅਤੇ ਗਰੀਬੀ ਵਿੱਚ ਜੀਵਨ ਗੁਜ਼ਾਰੇ। ਆਲਸ ਵਿੱਚ ਸਮਾਂ ਬਰਬਾਦ ਕਰਨਾ, ਨਿਰਾਸ਼ਾ ਵਿੱਚ ਪਏ ਰਹਿਣਾ, ਆਪਣੇ ਸੁਭਾਅ ਨੂੰ ਰੁੱਖਾ ਬਣਾ ਲੈਣਾ, ਕੰਮ ਤੋਂ ਜੀ ਚੁਰਾਣਾ, ਛੋਟਾ ਕੰਮ ਕਰਨ ਵਿੱਚ ਬੇਇੱਜ਼ਤ ਮਹਿਸੂਸ ਕਰਨਾ, ਆਮਦਨੀ ਤੋਂ ਜ਼ਿਆਦਾ ਖਰਚ ਕਰਨਾ, ਇਹੀ ਉਹ ਐਬ ਹਨ ਜੋ ਕੁਬੇਰ ਨੂੰ ਵੀ ਦਰਿਦਰ ਬਣਾ ਸਕਦੇ ਹਨ। ਕਈ ਵਾਰ ਅਸੀਂ ਸਸਤੀ ਦੇ ਲਾਲਚ ਵਿੱਚ ਆ ਕੇ ਬੇਕਾਰ ਚੀਜ਼ਾਂ ਖਰੀਦ ਲੈਂਦੇ ਹਨ। ਇਹ ਇੱਕ ਤਰ੍ਹਾਂ ਦੀ ਫਜ਼ੂਲ ਖਰਚੀ ਹੈ। ਉਹ ਚੀਜ਼ਾਂ ਖਰੀਦੋ ਜਿਨ੍ਹਾਂ ਦੀ ਤੁਹਾਨੂੰ ਅਸਲ ਵਿੱਚ ਜ਼ਰੂਰਤ ਹੈ। ਜੋ ਵਸਤੂ ਤੁਹਾਡੇ ਕੰਮ ਦੀ ਨਹੀਂ, ਉਸਨੂੰ ਭੁੱਲ ਕੇ ਵੀ ਨਾ ਖਰੀਦੋ, ਭਾਵੇਂ ਉਹ ਕਿੰਨੀ ਸਸਤੀ ਕਿਉਂ ਨਾ ਹੋਵੇ। ਜਦੋਂ ਅਸੀਂ ਦੁਖਦਾਈ ਪਰਿਸਥਿਤੀਆਂ ਵਿੱਚ ਪੈ ਕੇ ਰੋਂਦੇ ਹਾਂ ਅਤੇ ਕਰਮਹੀਨ ਹੋ ਕੇ ਬੈਠ ਜਾਂਦੇ ਹਾਂ, ਬਿਲਕੁਲ ਇਹ ਸਾਬਤ ਕਰਦੇ ਹਾਂ ਕਿ ਅਸੀਂ ਇਹਨਾਂ ਹਾਲਤਾਂ ਦੇ ਹੀ ਹੱਕਦਾਰ ਹਾਂ ਜੋ ਅੱਜ ਸਾਨੂੰ ਮਿਲ ਰਹੇ ਹਨ। ਦਰਿਦਰਤਾ ਇੱਕ ਦੰਡ ਹੈ ਜੋ ਦਰਸਾਉਂਦੀ ਹੈ ਕਿ ਮਨੁੱਖ ਆਪਣੇ ਫਰਜ਼ਾਂ ਦੀ ਅਣਦੇਖੀ ਕਰਨ ਅਤੇ ਗੰਦੀ ਆਦਤਾਂ ਤੋਂ ਘਿਰਿਆ ਹੈ। ਆਤਮ ਵਿਸ਼ਵਾਸ ਦੁਆਰਾ ਸਮਰਿੱਧੀ ਪ੍ਰਾਪਤ ਕਰਨ ਦੀ ਬਜਾਏ ਜੋ ਹੀਨ ਭਾਵਨਾ ਕਾਰਨ ਗਰੀਬੀ ਪਸੰਦ ਕਰਦਾ ਹੈ, ਈਸ਼ਵਰ ਉਸਨੂੰ ਉਹੀ ਦਿੰਦੇ ਹਨ। ਜਿੱਥੇ ਸਖਤ ਮਿਹਨਤ ਤੋਂ ਬਚਣ ਅਤੇ ਮੌਜ ਮਸਤੀ ਕਰਨ ਦੀ ਮਨੋਵ੍ਰਿਤੀ ਪੈਦਾ ਹੋਈ, ਉੱਥੇ ਕੁਬੇਰ ਦਾ ਖਜ਼ਾਨਾ ਵੀ ਸਥਿਰ ਨਹੀਂ ਰਹਿ ਸਕਦਾ। ਜੇਕਰ ਤੁਸੀਂ ਗਰੀਬੀ ਦੀ ਹਾਲਤ ਵਿੱਚ ਪਹੁੰਚੇ ਹੋ ਤਾਂ ਠਹਿਰੋ ਅਤੇ ਸੋਚੋ ਕਿ ਸਾਡੇ ਅੰਤਰ ਮਨ ਨੇ ਕਿਹੜੀ ਭੈੜੀ ਆਦਤਾਂ ਨੂੰ ਅਪਣਾ ਲਿਆ, ਜਿਨ੍ਹਾਂ ਦੇ ਕਾਰਨ ਭੋਗਣੀ ਪੈ ਰਹੀ ਹੈ। ਜਿਵੇਂ ਕਿਸੇ ਵਸਤੂ ਨੂੰ ਪ੍ਰਾਪਤ ਕਰਨ ਦੀ ਦ੍ਰਿੜ ਇੱਛਾ ਕਰਨਾ ਜ਼ਰੂਰੀ ਹੈ, ਉਸੇ ਤਰ੍ਹਾਂ ਕਠਿਨਾਈਆਂ ਤੋਂ ਨਾ ਘਬਰਾਉਣ, ਅਸਫਲਤਾ ਤੋਂ ਨਿਰਾਸ਼ ਨਾ ਹੋਣਾ ਅਤੇ ਮੁਸੀਬਤਾਂ ਵਿੱਚ ਧੀਰਜ ਰੱਖਣ ਦੀ ਵੀ ਜ਼ਰੂਰਤ ਹੈ, ਕਿਉਂਕਿ ਇੱਕ ਦਿਨ ਵਿੱਚ ਕੋਈ ਮਨੁੱਖ ਸਫਲ ਨਹੀਂ ਹੋ ਸਕਦਾ। ਇਹ ਕਥਨ ਬਿਲਕੁਲ ਸੱਚ ਹੈ ਕਿ ਪਰਮਾਤਮਾ ਉਸ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ। ਇਹ ਨਾ ਸੋਚੋ ਕਿ ਅਸੀਂ ਗਰੀਬ ਹਾਂ, ਅਸੀਂ ਕੀ ਕਰ ਸਕਦੇ ਹਾਂ। ਇਹ ਨਾ ਕਰੋ ਕਿ ਸਾਡੀ ਯੋਗਤਾ ਮਾਮੂਲੀ ਹੈ, ਇਸ ਲਈ ਅਸੀਂ ਕੁਝ ਵੀ ਕਰਨ ਯੋਗ ਨਹੀਂ। ਸੰਸਾਰ ਵਿੱਚ ਅਦਭੁਤ ਅਤੇ ਹੈਰਾਨੀਜਨਕ ਖੋਜ ਕਰਨ ਵਾਲੇ ਮਨੁੱਖ ਗਰੀਬ ਹੀ ਸਨ। ਸੁੰਦਰਤਾ ਦੀ ਖੋਜ ਕਰੋ, ਆਪ ਨੂੰ ਚੰਗਾ ਬਣਾਓ। ਅਣਗਿਣਤ ਸਾਧਨ ਆਪਣੇ ਆਪ ਸਾਹਮਣੇ ਆ ਖੜੇ ਹੋਣਗੇ ਜੋ ਇੱਕ ਝੌਂਪੜੀ ਨੂੰ ਵੀ ਮਹਿਲ ਵਾਂਗ ਸੁੰਦਰ ਬਣਾ ਸਕਦੇ ਹਨ। ਬੁੱਧੀਮਾਨ ਮਨੁੱਖ ਮਾੜੇ ਸਮੇਂ ਵਿੱਚ ਵੀ ਸੁਖੀ ਰਹਿੰਦੇ ਹਨ ਅਤੇ ਸਮਰਿੱਧੀ ਇਕੱਠੀ ਕਰ ਲੈਂਦੇ ਹਨ। ਲਕਸ਼ਮੀ ਉਦਮੀ ਪੁਰਸ਼ ਦੀ ਦਾਸੀ ਹੈ। ਜਿੱਥੇ ਉਹ ਆਪਣੇ ਰਹਿਣਯੋਗ ਸਥਾਨ ਦੇਖਦੀ ਹੈ, ਉਹ ਆਪਣੇ ਆਪ ਉੱਥੇ ਚਲੀ ਜਾਂਦੀ ਹੈ। ਮੁਸ਼ਕਲਾਂ ਨਾਲ, ਸੰਘਰਸ਼ ਅਤੇ ਮੁਸੀਬਤਾਂ ਨਾਲ ਟਕਰਾਉਣ ਤੇ ਹੀ ਉਹ ਗਤੀ ਪ੍ਰਾਪਤ ਹੁੰਦੀ ਹੈ, ਜਿਸ ਦੇ ਕਾਰਨ ਸੰਪੰਨਤਾ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਵਿਚਾਰਾਂ ਵਿੱਚ ਇੱਕ ਚੁੰਬਕ ਵਾਂਗ ਆਕਰਸ਼ਣ ਸ਼ਕਤੀ ਭਰੀ ਹੋਈ ਹੈ। ਪ੍ਰਕਿਰਤੀ ਦੇ ਭੰਡਾਰ ਸਭ ਲਈ ਖੁੱਲ੍ਹੇ ਹਨ। ਜੋ ਜਿਸ ਵਸਤੂ ਦੀ ਇੱਛਾ ਕਰਦਾ ਹੈ, ਉਹ ਉਸਨੂੰ ਆਪਣੀ ਇੱਛਾ ਅਨੁਸਾਰ ਪ੍ਰਾਪਤ ਕਰ ਲੈਂਦਾ ਹੈ। ਮਨੁੱਖ ਨੂੰ ਰੋਟੀ ਕੱਪੜਿਆਂ ਦੀ ਚਿੰਤਾ ਵਿੱਚ ਹੀ ਉਲਝੇ ਰਹਿਣ ਦੇ ਲਈ ਨਹੀਂ, ਬਲਕਿ ਕਿਸੇ ਮਹਾਨ ਉਦੇਸ਼ ਦੇ ਲਈ ਭੇਜਿਆ ਗਿਆ ਹੈ। ਪੁਸਤਕ ਦੇ ਮੁੱਖ ਬਿੰਦੂ: ਦਰਿਦਰਤਾ ਤੋਂ ਛੁਟਕਾਰਾ, ਧਨਵਾਨ ਕਿਵੇਂ ਬਣੀਏ, ਕਿਫਾਇਤ ਵਰਤਣਾ, ਧਨ ਦੀ ਦੌਲਤ।